तो एक लड़की दरबार साहब नतमस्तक होण आई, ਉਹਦੇ चेहरे ते तिरंगा उसका टैटू जिहड़ा हैगा खुणिया होया सी। उत्थों दे जिहड़ा सेवादार सी उसने रोकिया जां जो भी उहदे नाल गलबात हुई, उस नूं लै के एक वड्डा विवाद छिड़ गया कि लगदा है कि दरबार साहब नतमस्तक कोई होण आया होवे ते इन्नी क गल नूं लै के कौमी पद्धर ते एडा वड्डा विवाद इहनूं लगदा सी कि अज देश दे सामने इस तों वड्डी गल ही कोई नहीं। ये घटना जिहड़ी दरबार साहब वापरी आ, ये घटना भी मामूली जी घटना सी, कोई एड्डी वड्डी गल नहीं सी जिस तरीके नाल रंगत दित्ती गई आ। क्योंकि जिहड़ा ये वर्चुअल वर्ल्ड है ना, इहदे विच जो कुछ हो रहा हुंदा आ वो नहीं दिखाया जांदा। इहदे विच जो कुछ दिखाया जांदा उहदे मुताबक लोग अपनी धारणा बना लैंदे आ, भाव कि लोग असलीयत की बजाय जो कुछ शीशे ते दिसदा आ ਉਹਨੂੰ सच मान लेंदे। इत्थे ਇਹੋ कुछ इस घटना च होया। गुरु साहब ने दया दी कपाह बनाउण लई, संतोख दा सूत बनाउण लई, हाँ जी, इस तरीके दे नाल उन्हां ने जिहड़ा ਉਹ जनेऊ पहनण दी गल कीती, पर ਜਦੋਂ ਧੱਕੇ ਨਾਲ जनेऊ ਲਾਉਣ ਦੀ ਗੱਲ ਆਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਜਨੇਊ ਦੀ ਰੱਖਿਆ ਕੀਤੀ ਸੀ। ਸੋ ਮੇਰੇ ਕਹਿਣ ਦਾ ਭਾਵ ਆ ਕਿ ਕਿਸੇ ਵੀ ਧਰਮ ਦੇ ਅਸਥਾਨ ਦੀ ਇੱਕ ਆਪਣੀ ਮਰਿਆਦਾ ਹੁੰਦੀ, ਅਸੀਂ ਦੂਜਿਆਂ ਦੇ ਧਰਮ ਦੀ ਕਿਸੇ ਮਰਿਆਦਾ ਤੇ ਟਿੱਪਣੀ ਨਹੀਂ ਕਰਦੇ। ਕੀ ਲੱਗਦਾ ਕਿ SGPC ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਵੀ ਇਸ ਕਦਰ ਦਬਾਅ ਬਣਦਾ ਕਿ ਜਦੋਂ ਹੀ ਮਾਮਲਾ ਆਇਆ ਕਿ ਜੀ ਇਹ ਤਿਰੰਗੇ ਦਾ ਮਾਮਲਾ ਹੈ, ਟੈਟੂ ਜਿਹੜਾ ਖੁਦ ਵੇ ਕਿਉਂ ਇਦਾਂ ਦਾ ਸਵਾਲ ਉੱਠਿਆ, ਉਹਨਾਂ ਨੇ ਬਗੈਰ ਜ਼ਿਆਦਾ ਕੋਈ ਸਮਾਂ ਗਵਾਇਆ ਫੌਰੀ ਤੌਰ ਤੇ ਕਿਹਾ ਕਿ ਜੀ ਇਦਾਂ ਦਾ ਕੁਝ ਵਾਪਰਿਆ ਤਾਂ ਅਸੀਂ ਮਾਫੀ ਮੰਗਦੇ ਹਾਂ। ਕੀ ਲੱਗਦਾ ਕਿ ਇਹ ਵਾਜਬ ਸੀ ਇਹੋ ਜਿਹੇ ਮੁੱਦੇ ਤੇ ਮਾਫੀ ਮੰਗਣ ਦੀ ਕੋਈ ਲੋੜ ਸੀ? ਕਿ ਉਹਨਾਂ ਨੂੰ ਐਵੇਂ ਜਾਪਿਆ ਕਿ ਇੱਕ ਸਟੇਟ ਦੇ ਨਾਲ ਸਿੱਖਾਂ ਦਾ ਟਕਰਾਅ ਕਰਾਉਣ ਦਾ ਇੱਕ ਬਿਰਤਾਂਤ ਨਾ ਬਣ ਜਾਵੇ। ਉਹਨਾਂ ਨੇ ਉਸ ਬਿਰਤਾਂਤ ਨੂੰ ਤੋੜਨ ਲਈ, ਉਸ ਬਿਰਤਾਂਤ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਤੁਰੰਤ ਜਿਹੜੀ ਮਾਫੀ ਮੰਗ ਕੇ ਆਪਣੇ ਆਪ ਦੇ ਵਿੱਚ ਇਸ ਗੱਲ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਜਿਹੜੀ ਸਿੱਖ ਅਵਚੇਤਨ ਆ ਉਸ ਨੇ ਇਸ ਦਾ ਬੁਰਾ ਬਣਾਇਆ। ਉਹ ਬੁਰਾ ਇਸ ਕਰਕੇ ਬਣਾਇਆ ਕਿ ਇਸ ਨੂੰ ਦਲੀਲ ਦੇ ਆਧਾਰ ਤੇ, ਇਸ ਨੂੰ ਮੁੱਦੇ ਦੇ ਆਧਾਰ ਤੇ, ਇਸ ਨੂੰ ਇੱਕ ਵਧੀਆ ਵਿਚਾਰ ਦੇ ਆਧਾਰ ਤੇ ਇਸ ਮਸਲੇ ਨੂੰ ਜਿਹੜਾ ਹੈਂਡਲ ਕੀਤਾ ਜਾਣਾ ਚਾਹੀਦਾ ਸੀ। ਉਸ ਦੀ ਬਜਾਏ ਕਾਹਲੀ ਦੇ ਵਿੱਚ ਜਿਹੜਾ ਕੁਝ ਮਾਫੀ ਮੰਗ ਕੇ ਇਸ ਕੰਮ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ, ਉਹ ਕਿਤੇ ਨਾ ਕਿਤੇ ਜਿਹੜਾ ਸਿੱਖਾਂ ਨੂੰ ਸਵਾਲ ਖੜੇ ਕਰਦਾ। ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਤੁਸੀਂ ਖੁਦ ਵੀ ਜ਼ਿਕਰ ਕਰ ਰਹੇ ਹੋ, ਸਿੱਖ ਸੰਸਥਾਵਾਂ, ਕੀ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਦਿੱਖ ਜਾਂ ਅਦਿੱਖ ਤੌਰ ਤੇ ਕੇਂਦਰ ਜਾਂ ਸੱਤਾ 'ਚ ਬੈਠੀਆਂ ਧਿਰਾਂ ਸਾਡੇ ਜਿਹੜੇ ਧਾਰਮਿਕ ਅਦਾਰੇ ਸੰਸਥਾਵਾਂ ਉਹਨਾਂ 'ਤੇ ਵੀ ਇੱਕ ਦਬਾਅ ਦਾ ਮਾਹੌਲ ਜਾਂ ਨੀਤੀ ਇੱਦਾਂ ਬਣਾ ਕੇ ਰੱਖਦੀਆਂ? ਜਿਹੜੀ ਜਮਹੂਰੀਅਤ ਵਾਲੀ ਸੰਸਥਾ ਹੁੰਦੀ ਆ, ਲੋਕਤੰਤਰੀ ਸੰਸਥਾ ਕੋਈ ਵੀ ਹੋਵੇ, ਉਹਦੀ ਜੇਕਰ ਸਮੇਂ ਸਿਰ ਚੋਣ ਨਾ ਹੋਵੇ ਤਾਂ ਆਟੋਮੈਟਿਕਲੀ ਉੱਥੇ ਕੰਮ ਕਰਨ ਦੇ ਤੌਰ ਤਰੀਕੇ, ਉੱਥੇ ਦੇ ਕੰਮ ਕਰਨ ਦੇ ਸੱਭਿਆਚਾਰ ਦੇ ਵਿੱਚ ਵਿਗਾੜ ਪੈਦਾ ਹੋ ਜਾਂਦੇ ਆ। ਚਾਹੇ ਉਹ ਸਿੱਖਾਂ ਦੀਆਂ ਸੰਸਥਾਵਾਂ ਹੋਣ ਤੇ ਚਾਹੇ ਕਿਸੇ ਹੋਰ ਭਾਈਚਾਰੇ ਦੀ ਸੰਸਥਾ ਹੋਵੇ, ਉਹਦੇ ਵਿੱਚ ਫਿਰ ਸਰਕਾਰ, ਕਿਉਂਕਿ ਇੱਕ ਸਟੇਟ ਕੋਲ ਪਾਵਰ ਹੁੰਦੀ ਆ, ਤਾਂ ਉਹਦਾ ਦਬਾਅ ਹਮੇਸ਼ਾ ਜਿਹੜਾ ਉੱਥੇ ਬਣਿਆ ਰਹਿੰਦਾ। ਆਗੂਆਂ ਨੇ ਭਰੋਸਾ ਹਿੰਦੁਸਤਾਨ ਦੇ ਨਾਲ, ਹਿੰਦੂ ਭਾਈਚਾਰੇ ਦੇ ਨਾਲ ਰਹਿਣ 'ਚ ਪ੍ਰਗਟ ਕੀਤਾ ਸੀ, ਪਰ ਸਮੇਂ ਦੇ ਹਾਕਮਾਂ ਨੇ ਸਿੱਖਾਂ ਨੂੰ ਜਿਹੜਾ ਇੱਥੇ ਆਪਣੀ ਇੱਕ ਖਿੱਤੇ ਦੇ ਵਿੱਚ ਰਹਿ ਕੇ, ਆਪਣੇ ਪੰਜਾਬ ਦੇ ਵਿੱਚ ਆਪਣੀ ਖੇਤਰੀ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਉਹਨਾਂ ਦੇ ਵਿੱਚ ਮੌਲਣ ਵਿਕਸਣ ਦਾ ਜਿਹੜਾ ਉਹ ਮਾਹੌਲ ਨਹੀਂ ਦਿੱਤਾ ਜਿਸ ਦੇ ਉਹ ਪਹਿਲਾਂ ਵਾਅਦੇ ਕੀਤੇ ਗਏ ਸਨ। ਪੰਜਾਬ ਨੂੰ ਅਫਗਾਨਿਸਤਾਨ ਨਾਲ ਜੋੜ ਕੇ ਪੰਜਾਬ ਦੇ ਮੁੱਖ ਮੰਤਰੀ ਵੱਲ ਤੁਲਨਾ ਕਰਨੀ ਕਿੰਨੀ ਕੁ ਵਾਜਬ ਹੈ? ਮੇਰੇ ਖਿਆਲ ਮਮਤਾ ਬੈਨਰਜੀ ਤਾਂ ਨਹੀਂ ਇਹ ਗੱਲ ਕਰੇਗੀ, ਗੁਜਰਾਤ ਦਾ ਮੁੱਖ ਮੰਤਰੀ ਤਾਂ ਇਹ ਗੱਲ ਨਹੀਂ ਕਰੇਗਾ। ਫਿਰ ਪੰਜਾਬ ਦੇ ਸਾਡੇ ਆਪਣੇ ਹੀ ਆਗੂ ਸ਼ਾਇਦ ਇਸ ਤਰ੍ਹਾਂ ਦੀਆਂ ਭਾਵਨਾਵਾਂ ਸਿਰਜਣ 'ਚ ਉਹਨਾਂ ਦੀ ਵੀ ਕਿਧਰੇ ਭੂਮਿਕਾ ਹੈ ਜੋ ਉੱਪਰਲਿਆਂ ਨੂੰ ਖੁਸ਼ ਕਰਦੇ ਆ। ਉਹ ਇਹਦੇ ਵਿੱਚ ਸਾਡੇ ਆਪਣਿਆਂ ਦਾ ਵੀ ਕੁਝ ਦੋਸ਼ ਆ, ਜਿਵੇਂ ਆਪਾਂ ਤੁਸੀਂ ਆਪ ਹੀ ਗੱਲ ਕਰਤੀ ਆ ਕਿ ਸਾਡੇ ਹੀ ਆਗੂ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਨਿੱਕੀ ਜੀ ਗੱਲ ਹੁੰਦੀ ਆ ਤੇ ਉਹ ਪਾਕਿਸਤਾਨ ਦੇ ਨਾਲ ਜੋੜ ਦਿੰਦੇ ਆ। ਪੰਜਾਬ ਦੇ ਵਿੱਚ ਕੋਈ ਬਿੱਲੀ ਵੀ ਦੁੱਧ ਦਾ ਜਿਹੜਾ ਛੰਨਾ ਥੱਲੇ ਸੁੱਟ ਜੇ ਤੇ ਕਹਿੰਦੇ ਆ ਜੀ ISI ਦਾ ਹੱਥ ਆ। ਸੋ ਇਹ ਲੀਡਰਾਂ ਨੂੰ ਵੀ ਕੁਝ ਸਮਝਣਾ ਚਾਹੀਦਾ ਆਪਣੇ ਪੰਜਾਬ ਦੇ ਲਈ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਸਾਡੇ ਨਾਲ ਹਨ ਸੀਨੀਅਰ ਜਰਨਲਿਸਟ ਤਲਵਿੰਦਰ ਸਿੰਘ ਬੁੱਟਰ। ਖਾਸ ਤੌਰ ਤੇ ਮੈਂ ਜਾਣ ਪਛਾਣ ਜਦੋਂ ਇਹਨਾਂ ਦੀ ਕਰਾਵਾਂਗਾ ਆਪਣੇ ਦਰਸ਼ਕਾਂ ਦੇ ਨਾਲ, ਪੰਥਕ ਮੁੱਦਿਆਂ ਤੇ ਲਿਖਣ ਦੀ ਇਹਨਾਂ ਦੀ ਖਾਸ ਮਹਾਰਤ ਹੈ। ਸਾਡੇ ਚੈਨਲ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੈ। ਬੁੱਟਰ ਸਾਹਿਬ, ਸਾਡੇ ਪੈਨਲ ਤੇ ਆਉਣ ਲਈ ਤੁਹਾਨੂੰ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਿੱਖ ਭਾਈਚਾਰੇ ਨਾਲ ਜਿਹੜੇ
ਭਾਵਕ ਮੁੱਦੇ ਹੁੰਦੇ ਹੈ ਉਹਨਾਂ ਨੂੰ ਕੋਈ ਚੈਨਲਾਂ ਵੱਲੋਂ ਜਾਂ ਕੋਈ ਧਿਰਾਂ ਵੱਲੋਂ ਇਸ ਕਦਰ ਉਭਾਰ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉਸਦੀ ਪਿਕਚਰ ਹੀ ਕੁਝ ਹੋਰ ਤੋਂ ਹੋਰ ਬਣਾ ਦਿੱਤੀ ਜਾਂਦੀ ਹੈ। ਜੇ ਆਪਾਂ ਮੈਂ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਇੱਕ ਲੜਕੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ, ਉਹਦੇ ਚਿਹਰੇ 'ਤੇ ਤਿਰੰਗਾ ਉਸਦਾ ਟੈਟੂ ਜਿਹੜਾ ਹੈਗਾ ਖੁਣਿਆ ਹੋਇਆ ਸੀ। ਉੱਥੋਂ ਦੇ ਜਿਹੜਾ ਸੇਵਾਦਾਰ ਸੀ ਉਸਨੇ ਰੋਕਿਆ ਜਾਂ ਜੋ ਵੀ ਉਹਦੇ ਨਾਲ ਗੱਲਬਾਤ ਹੋਈ, ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਛਿੜ ਗਿਆ ਕਿ ਲੱਗਦਾ ਹੈ ਕਿ ਦਰਬਾਰ ਸਾਹਿਬ ਨਤਮਸਤਕ ਕੋਈ ਹੋਣ ਆਇਆ ਹੋਵੇ। ਅਤੇ ਇੰਨੀ ਕੁ ਗੱਲ ਨੂੰ ਲੈ ਕੇ ਕੌਮੀ ਪੱਧਰ 'ਤੇ ਐਡਾ ਵੱਡਾ ਵਿਵਾਦ ਲੱਗਦਾ ਸੀ ਕਿ ਅੱਜ ਦੇਸ਼ ਦੇ ਸਾਹਮਣੇ ਇਸ ਤੋਂ ਵੱਡੀ ਗੱਲ ਹੀ ਕੋਈ ਨਹੀਂ। ਜੀ ਸਿੱਧੂ ਸਾਹਿਬ, ਮੈਨੂੰ ਲੱਗਦਾ ਇਹ ਜਿਹੜੀ ਘਟਨਾ ਹੈ ਨਾ, ਇਹ ਘਟਨਾ ਸਿਰਫ ਵਰਚੁਅਲ ਵਰਲਡ ਦੀ ਦੇਣ ਆ, ਜਿਹਨੂੰ ਆਪਾਂ ਸ਼ੀਸ਼ਾ ਕਹਿ ਲੈਂਦੇ ਹਾਂ ਜਾਂ ਬਿਜਲਈ ਮੀਡੀਆ ਕਹਿ ਲੈਂਦੇ ਹਾਂ। ਕਿਉਂਕਿ ਪਹਿਲੇ ਮੁੱਦਤਾਂ ਤੋਂ, ਸਦੀਆਂ ਤੋਂ ਮਨੁੱਖੀ ਸਮਾਜ ਦੇ ਵਿੱਚ ਮਾੜੀਆਂ ਚੰਗੀਆਂ ਘਟਨਾਵਾਂ ਵਾਪਰਦੀਆਂ ਆਈਆਂ ਤੇ ਵਾਪਰਦੀਆਂ ਰਹਿੰਦੀਆਂ। ਪਰ ਤੁਸੀਂ ਦੇਖੋ ਕਿ ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਕਿ ਆਹ ਫਲਾਣੀ ਘਟਨਾ ਵਾਪਰੀ, ਇਹੋ ਜਿਹੀ ਪਹਿਲਾਂ ਤਾਂ ਕਦੀ ਸੁਣੀ ਨਹੀਂ ਸੀ। ਕਿਤੇ ਕੋਈ ਪਰਿਵਾਰਾਂ ਸਮੇਤ ਖੁਦਕੁਸ਼ੀ ਕਰ ਲੈਂਦਾ ਨਹਿਰ 'ਚ ਛਾਲ ਮਾਰ ਕੇ, ਕਿਤੇ ਕੋਈ ਆਪਣੀ ਜਿਹੜੀ ਆ ਵੀਡੀਓ ਬਣਾ ਕੇ ਤੇ ਕਿਸੇ ਦਾ ਨਾਮ ਲੈ ਕੇ ਕਿਸੇ ਦੇ ਸਿਰ ਚੜ੍ਹ ਕੇ ਮਰ ਜਾਂਦਾ ਆ, ਕਿਤੇ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਆ, ਕਿਤੇ ਦਲਿਤਾਂ ਨੂੰ ਜਾਤ ਪਾਤ ਦੇ ਆਧਾਰ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਜਾਂ ਧੱਕਾ ਕਰ ਦਿੱਤਾ ਜਾਂਦਾ, ਕਿਤੇ ਕਿਸੇ ਔਰਤ ਦੇ ਨਾਲ ਵਧੀਕੀ ਕੀਤੀ ਜਾਂਦੀ ਆ। ਉਹ ਇਹੋ ਜਿਹੀਆਂ ਘਟਨਾਵਾਂ ਬੜੇ ਵੱਡੀ ਚਰਚਾ ਦਾ ਵਿਸ਼ਾ ਬਣਦੀਆਂ। ਉਹਦਾ ਕਾਰਨ ਇਹ ਆ ਕਿ ਪਹਿਲਾਂ ਵੀ ਇਹ ਸਮਾਜ ਦੇ ਵਿੱਚ ਮਾੜੇ ਚੰਗੇ ਵਰਤਾਰੇ ਪਹਿਲਾਂ ਵੀ ਵਰਤਦੇ ਰਹੇ ਆ, ਪਰ ਉਸ ਵੇਲੇ ਸੰਚਾਰ ਦੇ ਨੇ ਸਾਧਨ ਨਹੀਂ ਸਨ। ਪਿੰਡਾਂ 'ਚ ਸੱਥਾਂ ਸਨ। ਵੱਧ ਤੋਂ ਵੱਧ ਜਦੋਂ ਦੇਸ਼ ਆਜ਼ਾਦ ਹੋਇਆ 47 ਦੇ ਨੇੜੇ ਤੇੜੇ ਰੇਡੀਓ ਵੀ ਪਿੰਡਾਂ ਦੇ ਵਿੱਚ ਇਕੱਲੇ ਟਾਵੇਂ ਕਿਸੇ ਘਰ ਹੁੰਦੇ ਸਨ, ਤਾਂ ਉਹ ਸੂਚਨਾ ਦਾ ਪ੍ਰਸਾਰ ਆ, ਘਟਨਾਵਾਂ ਦਾ ਜਿਹੜਾ ਪ੍ਰਸਾਰ ਆ, ਉਹ ਬਹੁਤ ਧੀਮੀ ਗਤੀ 'ਚ ਹੁੰਦਾ ਸੀ। ਪਰ ਸੌਰੀ ਵਿੱਚੋਂ ਟੋਕਣ ਲੱਗਿਆ ਕਿ ਸੂਚਨਾ ਦਾ ਪ੍ਰਸਾਰ ਜਿਹੜਾ ਧੀਮੀ ਗਤੀ ਨਾਲ ਹੁੰਦਾ ਸੀ, ਇੱਕ ਵੱਖਰੀ ਗੱਲ ਹੈਗੀ ਹੈ। ਪਰ ਹੁਣ ਜਿਹੜਾ ਸੂਚਨਾ ਦਾ ਪ੍ਰਸਾਰ ਹੈ ਉਹ ਇਸ ਮੰਤਵ ਲਈ ਕਿਉਂ ਕਦੇ ਇਸ ਤਰ੍ਹਾਂ ਨਜ਼ਰ ਆਉਂਦਾ ਵਰਤਿਆ ਜਾ ਰਿਹਾ ਹੈ। ਜੇ ਦਰਬਾਰ ਸਾਹਿਬ ਕੋਈ ਨਤਮਸਤਕ ਹੋਣ ਆਇਆ, ਸੇਵਾਦਾਰ ਨੇ ਉੱਥੇ ਕਿਸੇ ਇਸ਼ੂ ਨੂੰ ਲੈ ਕੇ ਟੋਕਿਆ, ਉਹ ਠੀਕ ਹੈ, ਗੱਲ ਤਾਂ ਵੱਖਰਾ ਮੁੱਦਾ ਹੈ, ਪਰ ਕੌਮੀ ਪੱਧਰ 'ਤੇ ਉਸ ਨੂੰ ਇਸ ਤਰ੍ਹਾਂ ਉਭਾਰਿਆ ਕਿ ਜਿਵੇਂ ਬਹੁਤ ਹੀ ਵੱਡੀ ਕੋਈ ਗੱਲ ਹੋ ਗਈ ਹੁੰਦੀ ਹੈ। ਸਵਾਲ ਉਸ ਪ੍ਰਸਾਰ ਨੂੰ, ਸੂਚਨਾ ਪ੍ਰਸਾਰ ਨੂੰ ਕਿਸ ਮਾਧਿਅਮ ਲਈ ਵਰਤਿਆ ਜਾ ਰਿਹਾ। ਮੈਂ ਉਸੇ ਗੱਲ ਨੂੰ ਅੱਗੇ ਤੋਰਨ ਲੱਗਾ ਸੀਗਾ ਕਿ ਇਹ ਘਟਨਾ ਜਿਹੜੀ ਦਰਬਾਰ ਸਾਹਿਬ ਵਾਪਰੀ ਆ, ਇਹ ਘਟਨਾ ਵੀ ਮਾਮੂਲੀ ਜੀ ਘਟਨਾ ਸੀ, ਕੋਈ ਏਡੀ ਵੱਡੀ ਗੱਲ ਨਹੀਂ ਸੀ ਜਿਸ ਤਰੀਕੇ ਨਾਲ ਰੰਗਤ ਦਿੱਤੀ ਗਈ ਆ। ਕਿਉਂਕਿ ਜਿਹੜਾ ਇਹ ਵਰਚੁਅਲ ਵਰਲਡ ਹੈ ਨਾ, ਇਹਦੇ ਵਿੱਚ ਜੋ ਕੁਝ ਹੋ ਰਿਹਾ ਹੁੰਦਾ ਆ ਉਹ ਨਹੀਂ ਦਿਖਾਇਆ ਜਾਂਦਾ। ਇਹਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਉਹਦੇ ਮੁਤਾਬਕ ਲੋਕ ਆਪਣੀ ਧਾਰਨਾ ਬਣਾ ਲੈਂਦੇ ਆ। ਭਾਵ ਕਿ ਲੋਕ ਅਸਲੀਅਤ ਦੀ ਬਜਾਏ ਜੋ ਕੁਝ ਸ਼ੀਸ਼ੇ ਤੇ ਦਿਸਦਾ ਆ ਉਹਨੂੰ ਸੱਚ ਮੰਨ ਲੈਂਦੇ। ਇੱਥੇ ਇਹੋ ਕੁਝ ਇਸ ਘਟਨਾ 'ਚ ਹੋਇਆ। ਦੇਖੋ, ਉਸ ਬੀਬੀ ਨੇ ਆਪਣੇ ਚਿਹਰੇ ਦੇ ਉੱਤੇ ਇੱਕ ਟੈਟੂ ਬਣਾਇਆ ਸੀਗਾ, ਜਾਂ ਉਹਦੇ ਪਹਿਰਾਵੇ 'ਤੇ ਵੀ ਸੇਵਾਦਾਰ ਨੂੰ ਕੋਈ ਛੋਟਾ ਮੋਟਾ ਉਜਰ ਸੀਗਾ, ਤਾਂ ਉਹਨਾਂ ਨੇ ਉਹਨੂੰ ਸਮਝਾਇਆ ਇਹ ਆਮ ਹੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਉੱਥੇ ਦੀ ਘੱਟੋ ਘੱਟ ਜਿਹੜੀ ਇੱਕ ਮਰਿਆਦਾ ਆ ਉਹਦੇ ਮੁਤਾਬਕ ਬਾਹਰੋਂ ਆਏ ਲੋਕਾਂ ਨੂੰ ਦੱਸਿਆ ਜਾਂਦਾ। ਔਰ ਇਕੱਲੇ ਗੁਰਦੁਆਰਿਆਂ 'ਚ ਨਹੀਂ, ਵੱਖ-ਵੱਖ ਧਾਰਮਿਕ ਸਥਾਨ ਜਿਹੜੇ ਵੱਖ-ਵੱਖ ਧਰਮਾਂ ਦੇ ਨੇ ਉੱਥੇ ਵੀ ਇਹ ਕੁਝ ਹੁੰਦਾ। ਕੇਰਲਾ ਦੇ ਵਿੱਚ ਇੱਕ ਸਬਰੀਮਾਲਾ ਮੰਦਿਰ ਆ। ਪਿੱਛੇ ਜੀ ਇੱਕ ਘਟਨਾ ਸਾਹਮਣੇ ਆਈ ਸੀ ਮੀਡੀਆ ਦੇ ਵਿੱਚ ਕਿ ਉੱਥੇ ਘੱਟੋ ਘੱਟ 20 ਥਾਵਾਂ 'ਤੇ ਇਹੋ ਜਿਹੇ ਬੋਰਡ ਲੱਗੇ ਆ ਕਿ 10 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੀ ਔਰਤ ਜਿਹੜੀ ਉੱਥੇ ਨਹੀਂ ਜਾ ਸਕਦੀ। ਭਾਵ ਕਿ ਜਿਹੜੀ ਔਰਤ ਵਿਆਹੁਣ ਯੋਗ ਹੋਵੇ, ਵਿਆਹੁਤਾ ਜੀਵਨ ਦੇ ਵਿੱਚ ਰਹਿਣ ਦੀ ਉਮਰ ਦੀ ਹੋਵੇ, ਉਹ ਔਰਤ ਨਹੀਂ ਜਾ ਸਕਦੀ। ਤਾਂ ਉਸ ਵੇਲੇ ਸੁਪਰੀਮ ਕੋਰਟ ਨੇ ਵੀ ਇਸ 'ਚ ਦਖਲ ਦੇ ਕੇ ਕਿਹਾ ਕਿ ਤੁਸੀਂ ਇੱਥੇ ਔਰਤਾਂ ਦਾ ਦਾਖਲਾ ਇਸ ਤਰੀਕੇ ਨਾਲ ਬੰਦ ਨਹੀਂ ਕਰ ਸਕਦੇ। ਪਰ ਉੱਥੇ ਉਹ ਗੱਲ ਫਿਰ ਉੱਥੇ ਦੀ ਉੱਥੇ ਰਹੀ, ਕਿਉਂਕਿ ਅਸੀਂ ਉਸ ਗੱਲ 'ਚ ਨਹੀਂ ਜਾਂਦੇ। ਅਸੀਂ ਜਿੱਥੇ ਆਪਣੇ ਧਰਮ ਦੇ ਵਿੱਚ ਪਰਪੱਕਤਾ ਦੀ ਗੱਲ ਕਰਦੇ ਹਾਂ, ਅਸੀਂ ਦੂਜਿਆਂ ਦੀਆਂ ਮਾਨਤਾਵਾਂ ਦਾ ਵੀ ਸਤਿਕਾਰ ਕਰਦੇ ਹਾਂ, ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਇਹੋ ਕੁਝ ਸਿਖਾਇਆ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਧੱਕੇ ਨਾਲ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਵਿਚਾਰ ਦੇ ਨਾਲ ਉਸ ਜਨੇਊ ਦੀ ਜਿਹੜੀ ਆ ਮਰਿਆਦਾ ਆ ਉਹ ਉਸ ਨੂੰ ਜਿਹੜਾ ਖੰਡਨ ਕੀਤਾ ਸੀਗਾ। ਗੁਰੂ ਸਾਹਿਬ ਨੇ ਦਇਆ ਦੀ ਕਪਾਹ ਬਣਾਉਣ ਲਈ, ਸੰਤੋਖ ਦਾ ਸੂਤ ਬਣਾਉਣ ਲਈ, ਹਾਂਜੀ, ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਜਨੇਊ ਪਹਿਨਣ ਦੀ ਗੱਲ ਕੀਤੀ। ਪਰ ਜਦੋਂ ਧੱਕੇ ਨਾਲ ਜਨੇਊ ਲਾਉਣ ਦੀ ਗੱਲ ਆਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਜਨੇਊ ਦੀ ਰੱਖਿਆ ਕੀਤੀ ਸੀ। ਸੋ ਮੇਰੇ ਕਹਿਣ ਦਾ ਭਾਵ ਆ ਕਿ ਕਿਸੇ ਵੀ ਧਰਮ ਦੇ ਅਸਥਾਨ ਦੀ ਇੱਕ ਆਪਣੀ ਮਰਿਆਦਾ ਹੁੰਦੀ। ਅਸੀਂ ਦੂਜਿਆਂ ਦੇ ਧਰਮ ਦੀ ਕਿਸੇ ਮਰਿਆਦਾ ਤੇ ਟਿੱਪਣੀ ਨਹੀਂ ਕਰਦੇ। ਪਰ ਜਲਦਬਾਜ਼ੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਕਿਸੇ ਧਾਰਮਿਕ ਮਰਿਆਦਾ ਨੂੰ ਇਸ ਢੰਗ ਨਾਲ ਇਸ ਕਦਰ ਪੇਸ਼ ਕੀਤਾ ਜਾਂਦਾ ਹੈ,
ਜੇ ਆਪਾਂ ਉਸ ਲੜਕੀ ਦੀਆਂ ਤਸਵੀਰਾਂ ਦੇਖਦੇ ਹਾਂ ਤਾਂ ਮੀਡੀਆ ਦੇ ਅੰਦਰ ਉਹਦੇ ਦੋ ਵੱਖ-ਵੱਖ ਫੇਸ ਚਿਹਰਿਆਂ ਦੇ ਚਿੱਤਰ ਵੀ ਦਿਖਾਏ ਗਏ। ਇੱਕ ਤੇ ਟੈਟੂ ਲੱਗਿਆ ਨਜ਼ਰ ਆ ਰਿਹਾ, ਇੱਕ ਤੇ ਟੈਟੂ ਨਹੀਂ ਲੱਗਿਆ ਰਿਹਾ। ਕਿਤੇ ਇਹ ਵੀ ਵਿਵਾਦ ਹੈ ਕਿ ਟੈਟੂ ਲੱਗਿਆ ਹੀ ਨਹੀਂ ਸੀ, ਬਾਅਦ 'ਚ ਲੱਗਿਆ ਜਾਂ ਪਹਿਲਾਂ ਲੱਗਿਆ, ਕੋਈ ਵੱਖਰਾ ਵਿਵਾਦ ਦਾ ਮੁੱਦਾ ਹੈ। ਪਰ ਉਸ ਨੂੰ ਲੈ ਕੇ ਇੰਨਾ ਉਭਾਰਿਆ ਗਿਆ ਜਿਵੇਂ ਲੱਗਦਾ ਕਿ ਪਤਾ ਨਹੀਂ ਕੋਈ ਬਹੁਤ ਵੱਡਾ ਅਨਰਥ ਹੋ ਗਿਆ ਹੋਵੇ। ਦੇਖੋ ਸਿੱਧੂ ਸਾਹਿਬ, ਉਹ ਪਹਿਲਾਂ ਤੇ ਬੜੀ ਤਰ੍ਹਾਂ ਦੀਆਂ ਚਰਚਾਵਾਂ ਸੀ। ਕੁਝ ਕਹਿ ਰਹੇ ਸੀ ਕਿ ਉਸ ਬੀਬੀ ਨੇ ਪਹਿਲਾਂ ਆਪਣੇ ਮੂੰਹ ਤੇ ਟੈਟੂ ਨਹੀਂ ਸੀ ਬਣਾਇਆ, ਪਹਿਲਾਂ ਉਹ ਮੱਥਾ ਟੇਕਣ ਆਈ ਤੇ ਸੇਵਾਦਾਰ ਨੇ ਉਹਨੂੰ ਉਸ ਦੇ ਪਹਿਰਾਵੇ ਸੰਬੰਧੀ ਥੋੜਾ ਕਿਹਾ ਕਿ ਤੁਸੀਂ ਜਿਹੜਾ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਕੱਜਣ ਵਾਲਾ ਪਹਿਰਾਵਾ ਧਾਰਨ ਕਰਕੇ ਆ ਜਾਓ। ਤੇ ਦੂਜੀ ਵਾਰ ਜਦੋਂ ਆਈ ਤੇ ਉਹਨੇ ਜਿਹੜਾ ਟੈਟੂ ਮੂੰਹ ਤੇ ਬਣਾ ਕੇ ਤੇ ਉਸ ਨੂੰ ਇਸ਼ੂ ਬਣਾ ਕੇ ਇੱਕ ਦੇਸ਼ ਦੀ ਸਟੇਟ ਦੇ ਨਾਲ ਸਿੱਖਾਂ ਦਾ ਟਕਰਾਓ ਕਰਾਉਣ ਦਾ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਪਾਸੇ ਕਿਉਂਕਿ ਅਸੀਂ ਜਰਨਲਿਸਟ ਹਾਂ, ਅਸੀਂ ਸਾਰਿਆਂ ਪਹਿਲੂਆਂ ਦੀ ਗੱਲ ਕਰ ਸਕਦੇ, ਪਰ ਅਸੀਂ ਕਿਸੇ ਦੀ ਪੁਸ਼ਟੀ ਜਾਂ ਕਿਸੇ ਦੀ ਵਿਚਾਰ ਨੂੰ ਰੱਦ ਨਹੀਂ ਕਰ ਸਕਦੇ। ਦੂਜਾ ਪਹਿਲੂ ਇਹ ਆ ਕਿ ਜਦੋਂ ਕੱਲ੍ਹ ਉਹ ਬੀਬੀ ਦਾ ਇੱਕ ਮੁਆਫੀਨਾਮਾ ਆਇਆ, ਉਹਦੇ ਵਿੱਚ ਉਹਨੇ ਸਪਸ਼ਟ ਕਿਹਾ ਕਿ ਉਹਨਾਂ ਨੇ ਮੈਨੂੰ ਪਹਿਰਾਵੇ ਦੇ ਕਰਕੇ ਕਿਹਾ ਸੀ ਤੇ ਤੁਸੀਂ ਆਪਣਾ ਥੋੜ੍ਹਾ ਜਿਹਾ ਪਹਿਰਾਵਾ ਠੀਕ ਕਰ ਲਓ ਤੇ ਉਸ ਤੋਂ ਬਾਅਦ ਅੰਦਰ ਚੱਲ ਜਾਓ। ਉਹ ਕਹਿੰਦੇ ਉਹਨਾਂ ਨੇ ਟੈਟੂ ਬਾਰੇ ਵੀ ਕਿਹਾ ਸੀ। ਉਹਨਾਂ ਨੇ ਬੀਬੀ ਨੇ ਦੱਸਿਆ ਕਿ ਮੈਨੂੰ ਬੜੇ ਪਿਆਰ ਨਾਲ ਸੇਵਾਦਾਰ ਨੇ ਕਿਹਾ ਸੀ ਕਿ ਤੁਸੀਂ ਆਪਣਾ ਇਹ ਟੈਟੂ ਜਿਹੜਾ ਬਣਿਆ ਇਹਨੂੰ ਠੀਕ ਕਰਕੇ ਆ ਜਾਓ, ਇਹਨੂੰ ਹਟਾ ਕੇ ਆ ਜਾਓ। ਉਹ ਕਹਿੰਦੀ ਦੂਸਰੀ ਵਾਰ ਮੈਂ ਟੈਟੂ ਹਟਾ ਕੇ ਆਈ ਸੀ। ਉਹ ਇਹ ਕਹਿ ਰਹੀ ਆ ਕਿ ਮੈਂ ਦੂਸਰੀ ਵਾਰ ਟੈਟੂ ਹਟਾ ਕੇ ਆਈ ਸੀ। ਪਰ ਉਹੀ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹ ਮੀਡੀਆ ਨੇ ਇੱਕ ਭਾਵਨਾ ਦੇ ਤਹਿਤ ਸਿੱਖਾਂ ਦੇ ਵਿੱਚ ਜਿਹੜੀ ਅਲੱਗਵਾਦ ਦੀ ਜਿਹੜੀ ਹੈ ਨਾ ਇੱਕ ਉਹਨੂੰ ਉਭਾਰਨ ਦੇ ਲਈ ਪੇਸ਼ਕਾਰੀ ਕਰਨ ਲਈ, ਸਿੱਖਾਂ ਨੂੰ ਵੱਖਵਾਦੀ ਸਾਬਤ ਕਰਨ ਲਈ ਜਾਂ ਜਦੋਂ ਸਿੱਖਾਂ ਨੂੰ ਵੱਖਵਾਦ ਦੇ ਤਰੀਕੇ ਨਾਲ ਕੋਈ ਮੀਡੀਆ ਦੇ ਕਿਸੇ ਦਾ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਇੰਨੀ ਜਲਦਬਾਜ਼ੀ ਜਿਹੜੀ ਹੈ ਬਗੈਰ ਤੱਥਾਂ ਨੂੰ ਜਾਣਿਆ, ਕਿਉਂ ਇਹਦੇ ਪਿੱਛੇ ਕੋਈ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਕਿ ਇਸ ਢੰਗ ਨਾਲ ਪੇਸ਼ ਕੀਤਾ ਜਾਵੇ? ਕਿਉਂਕਿ ਇੱਕ ਘਟਨਾ ਵਾਪਰਦੀ ਹੈ, ਫੌਰੀ ਤੌਰ ਤੇ ਰਿਐਕਸ਼ਨ, ਫੌਰੀ ਤੌਰ ਤੇ ਕੌਮੀ ਮੀਡੀਆ 'ਚ ਫੌਰੀ ਤੌਰ ਤੇ ਡਿਬੇਟਾਂ, ਫੌਰੀ ਤੌਰ ਤੇ ਪ੍ਰਤੀਕਰਮ, ਇਹ ਸਾਰਾ ਕੁਝ ਵਾਪਰਦਾ ਕਿ ਲੱਗਦਾ ਕਿ ਇਹਦੇ ਪਿੱਛੇ ਪਿਛੋਕੜ 'ਚ ਕੋਈ ਕੌਨਸਪੀਰੇਸੀ ਸਾਜ਼ਿਸ਼ ਹੈ ਕਿ ਇੱਕ ਭਾਈਚਾਰੇ ਦਾ ਇਸ ਤਰ੍ਹਾਂ ਦਾ ਇਮੇਜ ਬਿਲਡ ਕੀਤਾ ਜਾਵੇ, ਉਹ ਭਾਈਚਾਰਾ ਜਿਹੜਾ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਦਾ ਰਿਹਾ ਹੋਵੇ। ਦੇਖੋ ਸਿੱਧੂ ਸਾਹਿਬ, ਜਿਹੜਾ ਨਰੇਟਿਵ ਸਿਰਜਿਆ ਜਾਂਦਾ ਨਾ, ਨਰੇਟਿਵ ਹਰ ਧਿਰ ਜਿਹੜੀ ਨਰੇਟਿਵ ਸਿਰਜਣ ਦਾ ਕੋਸ਼ਿਸ਼ ਕਰਦੀ ਆ, ਪਰ ਜਿਹੜਾ ਸਟੇਟ ਦਾ ਪ੍ਰਚਾਰ ਦਾ ਜਿਹੜਾ ਸਾਧਨ ਹੁੰਦੇ ਨਾ ਉਹ ਅਸੀਮਤ ਹੁੰਦੇ ਆ, ਉਹਦੀ ਗੱਲ ਜਿਹੜੀ ਬਹੁਤ ਛੇਤੀ ਫੈਲਦੀ ਆ। ਸੋ ਇਹ ਜਿਹੜੀ ਗੱਲ ਆ ਕਿ ਜਦੋਂ ਦੇਸ਼ ਆਜ਼ਾਦ ਹੋਇਆ 1947 'ਚ, ਉਸ ਤੋਂ ਬਾਅਦ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਦੇ ਵਿੱਚ ਕੁਝ ਰਾਜਨੀਤਿਕ ਇਸ਼ੂ ਉੱਠੇ। ਲੋਕਾਂ ਨੇ ਆਪਣੇ ਨਾਲ ਜਿਹੜੇ ਆਜ਼ਾਦੀ ਵੇਲੇ ਜਿਹੜੇ ਦੇਸ਼ ਦੇ ਨੇਤਾਵਾਂ ਨੇ ਕੀਤੇ ਵਾਅਦੇ ਸਨ, ਖੁਦ ਮੁਖਤਿਆਰੀ, ਫੈਡਰਲਿਜ਼ਮ ਜਾਂ ਉਹਨਾਂ ਦੇ ਕੁਝ ਖੇਤਰੀ ਮੁੱਦੇ, ਖੇਤਰੀ ਜਿਹੜੀ ਸੁਤੰਤਰਤਾ, ਸੋ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਨੇ ਵੀ ਜਾਂ ਹੋਰ ਸਟੇਟਾਂ 'ਚ ਵੀ ਉੱਠੇ, ਤਾਂ ਜਦੋਂ ਵੀ ਇਹੋ ਜਿਹਾ ਉਹ ਉੱਠਣ ਦੀ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਜਾਂ ਆਪਣੇ ਨਾਲ ਹੋਏ ਵਾਅਦਿਆਂ ਦੇ ਉੱਤੇ ਗੱਲ ਕਰਨੀ ਚਾਹੀ, ਤਾਂ ਸਟੇਟ ਨੇ ਉਹਨਾਂ ਨੂੰ ਸਿੱਟਾ ਮੁਖੀ ਤਰੀਕੇ ਨਾਲ ਨਜਿੱਠਣ ਦੀ ਬਜਾਏ ਉਸ ਨੂੰ ਨਰੇਟਿਵ ਦੇ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ ਬਹੁ ਗਿਣਤੀ ਭਾਈਚਾਰੇ 'ਚ ਪ੍ਰਸਾਰਨ, ਵੱਖਵਾਦੀ ਅਲੱਗਵਾਦੀ, ਸਿੱਖਾਂ ਦੇ ਨਾਲ ਵੀ ਇਹੀ ਕੁਝ ਹੋਇਆ। 47 ਤੋਂ ਹੋਇਆ, 84 ਦੇ ਵਿੱਚ ਕਿੱਡਾ ਵੱਡਾ ਅਨਰਥ ਹੋਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਸਿੱਖਾਂ ਦਾ ਕਤਲੇਆਮ ਹੋਇਆ, ਉਸ ਦੇ ਬਾਵਜੂਦ ਸਿੱਖਾਂ ਨੂੰ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਅੱਤਵਾਦੀ, ਵੱਖਵਾਦੀ ਗਰਦਾਨਿਆ ਗਿਆ। ਪਰ ਇਸੇ ਮੁੱਦੇ ਤੇ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਸੀ, ਕਿ ਇਹ ਵੀ ਪਹਿਲੂ ਹੈ ਕਿ ਉਹ ਲੜਕੀ ਦੇ ਜਿਹੜਾ ਟੈਟੂ ਖਦਵਾਉਣ ਵਾਲੀ ਗੱਲ, ਉਹ ਤਾਂ ਹਾਈ ਹੈ ਉਸ ਮਾਮਲੇ ਤੇ ਜੋ ਵੀ ਚਰਚਾ ਹੋਈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ, ਉਹਨਾਂ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਜਿਸ ਕਦਰ ਉਸ ਮੁੱਦੇ ਨੂੰ ਲੈ ਕੇ ਮਾਫੀ ਦੀ ਗੱਲ ਕੀਤੀ ਗਈ, ਕੀ ਲੱਗਦਾ ਕਿ SGPC ਦੇ ਜਿਹੜੇ ਆਗੂ ਹੈਗੇ ਆ ਉਹਨਾਂ 'ਤੇ ਵੀ ਇਸ ਕਦਰ ਦਬਾਅ ਬਣਦਾ ਕਿ ਜਦੋਂ ਹੀ ਮਾਮਲਾ ਇਹ ਆਇਆ ਕਿ ਜੀ ਇਹ ਤਿਰੰਗੇ ਦਾ ਮਾਮਲਾ ਹੈ, ਟੈਟੂ ਜਿਹੜਾ ਖੁਦਵਾ, ਕਿਉਂ ਇੱਦਾਂ ਦਾ ਸਵਾਲ ਉੱਠਿਆ, ਉਹਨਾਂ ਨੇ ਬਗੈਰ ਜ਼ਿਆਦਾ ਕੋਈ ਸਮਾਂ ਗਵਾਇਆ ਫੌਰੀ ਤੌਰ ਤੇ ਕਿਹਾ ਕਿ ਜੀ ਇੱਦਾਂ ਦਾ ਕੁਝ ਵਾਪਰਿਆ ਤਾਂ ਅਸੀਂ ਮਾਫੀ ਮੰਗਦੇ ਹਾਂ? ਕੋਈ ਲੱਗਦਾ ਕਿ ਇਹ ਵਾਜਬ ਸੀ ਇਹੋ ਜਿਹੇ ਮੁੱਦੇ ਤੇ ਮਾਫੀ ਮੰਗਣ ਦੀ ਕੋਈ ਲੋੜ ਸੀ? ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਨਿਆਦੀ ਤੌਰ ਤੇ ਸਿੱਖਾਂ ਦੀ ਇੱਕ ਬੜੀ ਵੱਡੀ ਸੰਸਥਾ ਆ, ਪਰ ਉਹ ਸੰਸਥਾ ਦੇਸ਼ ਦੇ ਇੱਕ ਪਾਰਲੀਮੈਂਟ ਦੇ ਕਾਨੂੰਨ ਐਕਟ ਦੇ ਵਿੱਚ ਬੱਝੀ ਆ, ਔਰ ਉਸ ਸੰਸਥਾ ਦੀ ਹਰ 5 ਸਾਲ ਬਾਅਦ ਸੰਵਿਧਾਨ ਅਨੁਸਾਰ ਚੋਣ ਹੋਣੀ ਹੁੰਦੀ ਆ। ਪਰ ਤੁਹਾਡੇ ਸਾਹਮਣੇ ਬਹੁਤ ਵਾਰੀ ਸਾਲਾਂ ਬੱਧੀ ਚੋਣ ਨਹੀਂ ਕਰਵਾਈ ਜਾਂਦੀ, ਸੈਂਟਰ ਦਖਲ ਦਿੰਦਾ। ਸੋ ਇਸ ਤਰੀਕੇ ਨਾਲ ਉਹ ਇਸ ਤਰ੍ਹਾਂ ਦੇ ਇਹ ਤੇ ਇੱਕ ਦਿਸਦਾ ਦਖਲ ਆ ਕਿ ਜਿਹੜਾ ਉਹਦੀਆਂ ਬਹੁਤ ਸਾਲ ਚੋਣਾਂ ਨਾ ਕਰਵਾ ਕੇ ਉਸ ਬੋਡੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਪਰ ਇਸ ਤੋਂ ਇਲਾਵਾ ਉਹਦੇ ਕੰਮਕਾਜ ਦੇ ਤਰੀਕੇ, ਉਹਦੇ ਤੇ ਦਬਾਓ ਇਸ ਤਰ੍ਹਾਂ ਦੇ ਬਹੁਤ ਨੇ ਕਿ ਉਸ ਦਾ ਜਿਹੜੀ ਕਾਰਜ ਪ੍ਰਣਾਲੀ ਆ ਉਹ ਸਿਧਾਂਤ ਦੀ ਪਹਿਰੇਦਾਰੀ ਨਾਲੋਂ ਵੱਧ ਦਬਾਓ ਦੇ ਅਧੀਨ ਹੋ ਗਈ ਆ ਕਿ ਉਹ ਹਰ ਗੱਲ ਤੇ ਦਬਾਓ ਨੂੰ ਬਹੁਤ ਛੇਤੀ ਮੰਨ ਲੈਂਦੇ ਆ। ਇਸ ਘਟਨਾ ਦੇ ਵਿੱਚ ਵੀ ਐਵੇਂ ਹੋਇਆ ਕਿ ਉਹਨਾਂ ਨੂੰ ਐਵੇਂ ਜਾਪਿਆ ਕਿ ਇੱਕ ਸਟੇਟ ਦੇ ਨਾਲ ਸਿੱਖਾਂ ਦਾ ਟਕਰਾਅ ਕਰਾਉਣ ਦਾ ਇੱਕ ਬਿਰਤਾਂਤ ਨਾ ਬਣ ਜਾਵੇ। ਉਹਨਾਂ ਨੇ ਉਸ ਬਿਰਤਾਂਤ ਨੂੰ
ਤੋੜਨ ਲਈ, ਉਸ ਬਿਰਤਾਂਤ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਤੁਰੰਤ ਜਿਹੜੀ ਮਾਫੀ ਮੰਗ ਕੇ ਆਪਣੇ ਆਪ ਦੇ ਵਿੱਚ ਇਸ ਗੱਲ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਜਿਹੜੀ ਸਿੱਖ ਅਵਚੇਤਨ ਆ ਉਸ ਨੇ ਇਸ ਦਾ ਬੁਰਾ ਮਨਾਇਆ। ਉਹ ਬੁਰਾ ਇਸ ਕਰਕੇ ਮਨਾਇਆ ਕਿ ਇਸ ਨੂੰ ਦਲੀਲ ਦੇ ਆਧਾਰ ਤੇ, ਇਸ ਨੂੰ ਮੁੱਦੇ ਦੇ ਆਧਾਰ ਤੇ, ਇਸ ਨੂੰ ਇੱਕ ਵਧੀਆ ਵਿਚਾਰ ਦੇ ਆਧਾਰ ਤੇ ਇਸ ਮਸਲੇ ਨੂੰ ਜਿਹੜਾ ਹੈਂਡਲ ਕੀਤਾ ਜਾਣਾ ਚਾਹੀਦਾ ਸੀ। ਉਸ ਦੀ ਬਜਾਏ ਕਾਹਲੀ ਦੇ ਵਿੱਚ ਜਿਹੜਾ ਕੁਝ ਮਾਫੀ ਮੰਗ ਕੇ ਇਸ ਕੰਮ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ, ਉਹ ਕਿਤੇ ਨਾ ਕਿਤੇ ਜਿਹੜਾ ਸਿੱਖਾਂ ਨੂੰ ਸਵਾਲ ਖੜੇ ਕਰਦਾ ਜੀ। ਹਾਂਜੀ ਬੁੱਟੂ ਜੀ, ਬਹੁਤ ਵੱਡਾ ਮਾਮਲਾ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ, ਇੱਕ ਸਵਾਲ ਮੈਂ ਜ਼ਰੂਰ ਇਸ ਮੁੱਦੇ ਤੇ ਤੁਹਾਡੇ ਕੋਲੋਂ ਕਰਾਂਗਾ। ਜਦੋਂ ਆਪਾਂ ਗੱਲ ਕਰਦੇ ਹਾਂ ਕੇਂਦਰ ਦੀ, ਕੇਂਦਰੀ ਏਜੰਸੀਆਂ ਦੀ ਜਾਂ ਸੱਤਾ ਦੀ, ਜਿਸ ਕਦਰ ਦਬਾਅ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹਦਾ ਤੁਸੀਂ ਖੁਦ ਵੀ ਜ਼ਿਕਰ ਕਰ ਰਹੇ ਹੋ, ਜਾਂ ਸਿੱਖ ਸੰਸਥਾਵਾਂ, ਕੀ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਦਿੱਖ ਜਾਂ ਅਦਿੱਖ ਤੌਰ ਤੇ ਕੇਂਦਰ ਜਾਂ ਸੱਤਾ 'ਚ ਬੈਠੀਆਂ ਧਿਰਾਂ ਸਾਡੇ ਜਿਹੜੇ ਧਾਰਮਿਕ ਅਦਾਰੇ, ਸੰਸਥਾਵਾਂ, ਉਹਨਾਂ 'ਤੇ ਵੀ ਇੱਕ ਦਬਾਅ ਦਾ ਮਾਹੌਲ ਜਾਂ ਨੀਤੀ ਇੱਦਾਂ ਬਣਾ ਕੇ ਰੱਖਦੀਆਂ ਕਿ ਕਿਸ ਕਦਰ ਇਹਨਾਂ ਨੂੰ ਚਲਾਉਣਾ, ਕਿੱਥੋਂ ਤੱਕ ਜਾਣ ਦੇਣਾ, ਕਿੱਥੋਂ ਤੱਕ ਨਹੀਂ ਜਾਣ ਦੇਣਾ? ਸ਼ਾਇਦ ਇਸੇ ਕਰਕੇ SGPC ਦੀਆਂ ਜਨਰਲ ਇਲੈਕਸ਼ਨ ਨਹੀਂ ਕਰਵਾਈਆਂ ਜਾਂਦੀਆਂ, ਕਿਉਂਕਿ ਉਹਨਾਂ ਦੇ ਅਨੁਸਾਰ ਇਹ ਸਾਰਾ ਕੁਝ ਕਦੋਂ ਹੋਣਾ ਚਾਹੀਦਾ, ਕਦੋਂ ਨਹੀਂ ਹੋਣਾ ਚਾਹੀਦਾ, ਇਹ ਸਾਰਾ ਕੁਝ ਕੇਂਦਰ ਤੈਅ ਕਰੇਗਾ, ਕੇਂਦਰ ਤੈਅ ਕਰਦਾ ਹੈ। ਜੀ ਸਿੱਧੂ ਸਾਹਿਬ, ਸ਼ੁਰੂ ਤੋਂ ਐਵੇਂ ਹੁੰਦਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੇਂਦਰ ਸਰਕਾਰ ਉਦੋਂ ਹੀ ਕਰਾਉਂਦੀ ਰਹੀ ਆ ਜਦੋਂ ਉਹਨੂੰ ਮਾਫਕ ਸਮਾਂ ਬੈਠਦਾ ਹੋਵੇ। 1979 ਤੋਂ ਬਾਅਦ 1996 ਦੇ ਵਿੱਚ ਕਿੰਨੇ ਸਾਲਾਂ ਬਾਅਦ, 16-17 ਸਾਲਾਂ ਬਾਅਦ ਇਹ ਜਿਹੜੀ ਆ ਚੋਣ ਹੋਈ। ਇਸ ਤੋਂ ਪਹਿਲਾਂ ਵੀ ਕਦੇ 8 ਸਾਲ ਬਾਅਦ, ਕਦੇ 11 ਸਾਲਾਂ ਬਾਅਦ, ਕਦੇ 10 ਸਾਲਾਂ ਬਾਅਦ ਚੋਣ ਹੁੰਦੀ ਰਹੀ। ਸੋ ਕਿਉਂਕਿ ਜਿਹੜੀ ਜਮਹੂਰੀਅਤ ਵਾਲੀ ਸੰਸਥਾ ਹੁੰਦੀ ਆ, ਲੋਕਤੰਤਰੀ ਸੰਸਥਾ ਕੋਈ ਵੀ ਹੋਵੇ, ਉਹਦੀ ਜੇਕਰ ਸਮੇਂ ਸਿਰ ਚੋਣ ਨਾ ਹੋਵੇ ਤਾਂ ਆਟੋਮੈਟਿਕਲੀ ਉੱਥੇ ਕੰਮ ਕਰਨ ਦੇ ਤੌਰ ਤਰੀਕੇ, ਉੱਥੇ ਦੇ ਕੰਮ ਕਰਨ ਦੇ ਸੱਭਿਆਚਾਰ ਦੇ ਵਿੱਚ ਵਿਗਾੜ ਪੈਦਾ ਹੋ ਜਾਂਦੇ ਆ, ਚਾਹੇ ਉਹ ਸਿੱਖਾਂ ਦੀਆਂ ਸੰਸਥਾਵਾਂ ਹੋਣ ਤੇ ਚਾਹੇ ਕਿਸੇ ਹੋਰ ਭਾਈਚਾਰੇ ਦੀ ਸੰਸਥਾ ਹੋਵੇ। ਉਹਦੇ ਵਿੱਚ ਫਿਰ ਸਰਕਾਰ, ਕਿਉਂਕਿ ਇੱਕ ਸਟੇਟ ਕੋਲ ਪਾਵਰ ਹੁੰਦੀ ਆ, ਤਾਂ ਉਹਦਾ ਦਬਾਅ ਹਮੇਸ਼ਾ ਜਿਹੜਾ ਉੱਥੇ ਬਣਿਆ ਰਹਿੰਦਾ। ਸੋ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਹੜੀਆਂ ਸੰਸਥਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਸਮੇਂ ਦੀ ਸਟੇਟ ਜਿਹੜੀ ਸਰਕਾਰ ਹੁੰਦੀ ਆ, ਉਹਦਾ ਦਬਾਅ ਕਿਤੇ ਨਾ ਕਿਤੇ ਅਦਿੱਖ ਰੂਪ ਦੇ ਵਿੱਚ ਬਣਿਆ ਰਹਿੰਦਾ। ਬਿਲਕੁਲ ਬੁੱਟੂ ਜੀ, ਇਸੇ ਕਰਕੇ ਲੱਗਦਾ ਕਿ ਸਾਡੀਆਂ ਸੰਸਥਾਵਾਂ ਦਾ ਆਧਾਰ ਕਿਸ ਕਦਰ ਜਿਹੜਾ ਹੈਗਾ ਨੀਵਾਂ ਚਲਿਆ ਜਾਂਦਾ ਹੈ। ਪਰ ਇਸ ਦੇ ਨਾਲ ਇੱਕ ਨਵੀਂ ਪੀੜ੍ਹੀ ਬਾਰੇ ਵੀ ਸਵਾਲ ਬਣਦਾ ਹੈ ਕਿ ਨਵੀਂ ਪੀੜ੍ਹੀ ਇਹੋ ਜਿਹੇ ਮੁੱਦਿਆਂ ਨੂੰ ਜੋੜ ਕੇ ਕਈ ਵਾਰੀ ਜਦੋਂ ਇੱਦਾਂ ਦਾ ਸਵਾਲ, ਜਿੱਦਾਂ ਆਪਾਂ ਟੈਟੂ ਦੀ ਗੱਲ ਕੀਤੀ ਹੈ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜੇ ਕਿਸੇ ਨੂੰ ਪਹਿਰਾਵੇ ਦੀ ਗੱਲ ਕੀਤੀ ਜਾਵੇ, ਜਾਂ ਕਿਉਂ ਤੂੰ ਇਸ ਤਰ੍ਹਾਂ ਦਾ ਪਹਿਰਾਵਾ ਪਹਿਨ ਕੇ, ਜਾਂ ਕਿਉਂ ਜਿਹੜਾ ਟੈਟੂ ਖਦਵਾਇਆ, ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਦੇਖ ਕੇ ਜੋੜਿਆ ਜਾਵੇ ਇਸ ਮਾਮਲੇ ਨੂੰ। ਕੁਝ ਜਿਹੜੇ ਹੈਗੇ ਵਿਚਾਰਸ਼ੀਲ ਨਵੀਂ ਪੀੜ੍ਹੀ ਦੇ ਜਿਹੜੇ ਲੋਕ ਆ, ਉਹ ਇਸ ਕਦਰ ਵੀ ਦੇਖਦੇ ਇਸ ਮਾਮਲੇ ਨੂੰ। ਦੇਖੋ ਸਿੱਧੂ ਸਾਹਿਬ, ਜਿਹੜਾ ਸੰਸਾਰ ਹੈ ਨਾ, ਇੱਕ ਜਾਬਤੇ 'ਚ ਹੀ ਚੱਲਦਾ ਹੈ। ਜਦੋਂ ਜਾਬਤਾ ਟੁੱਟ ਜੇ ਤਾਂ ਫਿਰ ਉਹ ਸੰਸਾਰ ਦੀ ਗਤੀ ਜਿਹੜੀ ਆ ਉਹ ਵਿਗੜ ਜਾਂਦੀ ਆ। ਮਨੁੱਖ ਦਾ ਦੂਜੀਆਂ ਸਾਰੀਆਂ ਪ੍ਰਜਾਤੀਆਂ ਨਾਲੋਂ ਇਸੇ ਗੱਲ 'ਚ ਫਰਕ ਆ ਕਿ ਮਨੁੱਖ ਜਿਹੜਾ ਉਹ ਆਪਣੀ ਚੇਤਨ ਸ਼ਕਤੀ ਤੋਂ ਕੰਮ ਲੈ ਕੇ ਕੰਮ ਕਰਦਾ। ਧਾਰਮਿਕ ਸਥਾਨਾਂ 'ਤੇ ਜਦੋਂ ਕੋਈ ਮਰਿਆਦਾ ਦੀ ਗੱਲ ਆਉਂਦੀ, ਉਦੋਂ ਤਾਂ ਅਸੀਂ ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਆਜ਼ਾਦੀ ਦੀ ਗੱਲ ਕਰ ਲੈਂਦੇ ਆ। ਉਦੋਂ ਅਸੀਂ ਨਸਲ ਭੇਦ ਜਾਂ ਧਰਮ ਫਿਰਕੇ ਦੀ ਗੱਲ ਕਰ ਲੈਂਦੇ ਆ ਕਿ ਸਾਡੇ ਨਾਲ ਵਿਤਕਰਾ ਹੋਇਆ। ਪਰ ਬਹੁਤ ਸਾਰੇ ਦੁਨੀਆ ਦੇ ਸਥਾਨ ਇਹੋ ਜਿਹੇ ਨੇ, ਸੈਰ ਸਪਾਟੇ ਦੇ ਸਥਾਨ ਨੇ, ਬਹੁਤ ਸਾਰੇ ਬਿਜਲੀ ਦੇ ਡੈਮ ਨੇ, ਜਾਂ ਹੋਰ ਮਹੱਤਵਪੂਰਨ ਥਾਵਾਂ ਜਿੱਥੇ ਉੱਥੇ ਕੁਝ ਮਰਿਆਦਾਵਾਂ ਬਣੀਆਂ ਹੋਈਆਂ, ਕਿ ਜਿਵੇਂ ਬਿਜਲੀ ਦੇ ਕਿਸੇ ਡੈਮ 'ਤੇ ਚਲ ਜਾਓ, ਭਾਖੜਾ ਡੈਮ ਚਲ ਜਾਓ, ਉੱਥੇ ਤੁਹਾਨੂੰ ਮੋਬਾਈਲ ਜਿਹੜਾ ਆ ਉਹ ਜੇਬ 'ਚੋਂ ਨਹੀਂ ਕੱਢਣ ਦਿੰਦੇ, ਕੁਝ ਏਰੀਆ ਇਹੋ ਜਿਹਾ ਫੋਟੋ ਨਹੀਂ ਖਿੱਚਣ ਦਿੰਦੇ, ਜਾਂ ਉੱਥੇ ਵੀਡੀਓਗ੍ਰਾਫੀ ਨਹੀਂ ਕਰਨ ਦਿੰਦੇ। ਤੁਸੀਂ ਵਿਦੇਸ਼ਾਂ ਦੇ ਵਿੱਚ ਚਲ ਜਾਓ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਇਹੋ ਜਿਹੀਆਂ ਸੈਰਗਾਹਾਂ ਨੇ ਜਿੱਥੇ ਉਹਨਾਂ ਦੀਆਂ ਆਪਣੀਆਂ ਮਰਿਆਦਾਵਾਂ ਨੇ। ਧਾਰਮਿਕ ਸਥਾਨ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਆਪਣੀਆਂ ਮਰਿਆਦਾਵਾਂ ਨੇ। ਜਿਵੇਂ ਮੈਂ ਸਬਰੀਮਾਲਾ ਮੰਦਿਰ ਦੀ ਗੱਲ ਕੀਤੀ ਆ, ਫਿਰ ਬਹੁਤ ਸਾਰੇ ਜਿਵੇਂ ਮੱਕੇ ਦੇ ਵਿੱਚ ਗੈਰ ਮੁਸਲਮਾਨ ਨਹੀਂ ਜਾ ਸਕਦਾ। ਰਾਧਾ ਸੁਆਮੀ ਸਤਸੰਗ ਜਿਹੜਾ ਡੇਰਾ ਬਿਆਸ ਆ, ਉਹਦੇ ਅੰਦਰ ਜਦੋਂ ਪ੍ਰਵੇਸ਼ ਕਰਨਾ ਆ ਤਾਂ ਜਿਵੇਂ ਗੁਰਦੁਆਰਿਆਂ ਦੇ ਵਿੱਚ ਜੋੜਾ ਘਰ ਬਣਿਆ ਹੁੰਦਾ, ਇਸੇ ਤਰ੍ਹਾਂ ਮੋਬਾਈਲ, ਉੱਥੇ ਮੋਬਾਈਲ ਦਾ ਵੀ ਇੱਕ ਵੱਖਰਾ ਰੂਮ ਬਣਿਆ ਹੁੰਦਾ, ਉੱਥੇ ਤੁਹਾਡੇ ਮੋਬਾਈਲ ਜ਼ਬਤ ਕਰ ਲੈਂਦੇ ਆ। ਅਸੀਂ ਕਿਸੇ ਦੀ ਧਾਰਮਿਕ ਮਰਿਆਦਾ 'ਤੇ ਟਿੱਪਣੀ ਨਹੀਂ ਕਰਦੇ। ਉਹਦਾ ਇੱਕ ਕਾਰਨ ਆ ਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਆ, ਉੱਥੇ ਲੋਕ ਆਪਣੇ ਆਤਮਿਕ ਵਿਕਾਸ ਤੇ ਵਿਕਾਸ ਲਈ ਜਾਂਦੇ ਆ। ਉੱਥੇ ਵਿਕਾਸ ਤੇ ਵਿਕਾਸ ਤਾਂ ਹੀ ਹੋਏਗਾ ਆਤਮਾ ਦਾ, ਆਪਣੀ ਰੂਹਾਨੀਅਤ ਦਾ, ਕਿ ਜੇਕਰ ਅਸੀਂ ਦੁਨਿਆਵੀ ਚੰਚਲ ਬਿਰਤੀਆਂ ਤੋਂ, ਆਸੇ-ਪਾਸੇ ਦੇ ਜਿਹੜਾ ਇਹ ਸਾਰਾ ਪਸਾਰਾ ਆ ਸੰਸਾਰੀ, ਉੱਥੋਂ ਕੁਝ ਸਮੇਂ ਲਈ ਵੱਖ ਹੋ ਕੇ
ਉੱਥੇ ਇੱਕ ਜਿਹੜਾ ਆਪਣੇ ਆਪ ਨੂੰ ਖੋਜਣ ਦੇ ਲਈ ਕੁਝ ਸਮੇਂ ਲਈ ਬੈਠ ਸਕੀਏ। ਇਹ ਜਿਹੜਾ ਬਿਜਲੀ ਦਾ ਸਭ ਆਪਾਂ ਸ਼ੁਰੂਆਤ 'ਚ ਹੀ ਗੱਲ ਕੀਤੀ ਕਿ ਸ਼ੀਸ਼ਾ ਜਿਹੜਾ ਮੋਬਾਈਲ ਆ, ਜਿਹੜਾ ਵਰਚੁਅਲ ਵਰਲਡ ਆ, ਇਹਨੇ ਮਨੁੱਖ ਦੀ ਇਕਾਗਰਤਾ ਨੂੰ, ਸੁਰਤ ਨੂੰ ਬੁਰੀ ਤਰ੍ਹਾਂ ਭੰਗ ਕੀਤਾ। ਇਕੱਲੇ ਧਰਮ ਦੇ ਖੇਤਰ 'ਚ ਨਹੀਂ, ਹਰ ਖੇਤਰ ਦੇ ਵਿੱਚ ਇਹਨੇ ਮਨੁੱਖ ਦੇ ਸਲੀਕੇ ਨੂੰ ਤੋੜਿਆ, ਮਨੁੱਖ ਦੀ ਤਹਿਜ਼ੀਬ ਨੂੰ ਤੋੜਿਆ, ਮਨੁੱਖ ਦੇ ਰਿਸ਼ਤਿਆਂ ਨੂੰ ਵੀ ਤੋੜ ਦਿੱਤਾ। ਜਦੋਂ ਮਨੁੱਖ ਦੇ ਰਿਸ਼ਤੇ ਤੋੜਨ ਦੀ ਗੱਲ ਕਰਦੇ ਹਾਂ, ਬੁੱਟੋ ਸਾਹਿਬ ਦਾ ਇੱਕ ਹੋਰ ਪਹਿਲੂ ਵੀ ਹੈ, ਜਿਹੜੀ ਸਾਡੀ ਸਿੱਖ ਭਾਈਚਾਰੇ ਦੀ ਨਵੀਂ ਪੀੜ੍ਹੀ ਹੈ, ਜਦੋਂ ਇਸ ਕਦਰ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਜਾਂ ਇੱਦਾਂ ਦਾ ਪ੍ਰਭਾਵ ਸਿਰਜਿਆ ਜਾਂਦਾ ਹੈ, ਕਿਧਰੇ ਨਵੀਂ ਪੀੜ੍ਹੀ 'ਚ ਇਹ ਪ੍ਰਭਾਵ ਵੀ ਆਉਂਦਾ ਹੈ ਕਿ ਸਾਡੇ 'ਚ ਇੱਕ ਹੀਣਤਾ ਦੀ ਭਾਵਨਾ ਜਾਂ ਅਲੱਗਵਾਦ ਦੀ ਭਾਵਨਾ, ਜਾਂ ਸਾਨੂੰ ਕਿਉਂ ਵਖਰੇਵੇਂ ਦੇ ਤੌਰ 'ਤੇ ਬਾਕੀ ਮੁਲਕ ਨਾਲੋਂ ਅਲੱਗ ਕਰਕੇ ਸਾਡੇ ਨਾਲ ਇੱਦਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਨਵੀਂ ਪੀੜ੍ਹੀ 'ਚ ਕਿਤੇ ਫੀਲਿੰਗ ਇਸ ਕਰਕੇ ਆਉਂਦੀ ਹੈ ਜਦੋਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦੇ ਨਜ਼ਰੀਏ ਨਾਲ ਪੰਜਾਬ ਨੂੰ ਪੇਸ਼ ਕੀਤਾ ਜਾਂਦਾ ਹੈ। ਦੇਖੋ, ਜਿਹੜਾ ਇਹ ਸਿੱਖਾਂ ਦੇ ਵਿੱਚ ਜਿਹੜੀ ਅਲੈਦਗੀ ਦੀ ਭਾਵਨਾ ਹੈ ਨਾ, ਇਹਦੇ ਲਈ ਮੈਨੂੰ ਲੱਗਦਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ। ਸਿੱਖਾਂ ਦਾ ਦੇਸ਼ ਦੀ ਆਜ਼ਾਦੀ 'ਚ 80% ਤੋਂ ਵੱਧ ਯੋਗਦਾਨ ਰਿਹਾ। ਕਿੰਨੇ ਫਾਂਸੀ ਸਿੱਖ ਚੜੇ, ਕਿੰਨੀਆਂ ਸਜ਼ਾਵਾਂ ਕੱਟੀਆਂ, ਜਾਇਦਾਦਾਂ ਜ਼ਬਤ ਕਰਾਈਆਂ, ਕਿੰਨਾ ਕੁਝ ਹੋਇਆ। ਤਾਂ ਉਸ ਤੋਂ ਬਾਅਦ ਸਿੱਖਾਂ ਨੇ ਭਾਰਤ ਦੇ ਨਾਲ ਰਹਿਣਾ ਜਿਹੜਾ ਉਹ ਮਨਜ਼ੂਰ ਕੀਤਾ ਸੀ ਬਜਾਏ ਪਾਕਿਸਤਾਨ ਦੇ। ਜਦੋਂ ਅੰਗਰੇਜ਼ ਗਏ, ਉਹਨਾਂ ਨੇ ਸਿੱਖਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਕੀ ਵਿਚਾਰ ਆ। ਸਿੱਖ ਆਗੂਆਂ ਨੇ ਭਰੋਸਾ ਹਿੰਦੁਸਤਾਨ ਦੇ ਨਾਲ, ਹਿੰਦੂ ਭਾਈਚਾਰੇ ਦੇ ਨਾਲ ਰਹਿਣ 'ਚ ਪ੍ਰਗਟ ਕੀਤਾ ਸੀ। ਪਰ ਸਮੇਂ ਦੇ ਹਾਕਮਾਂ ਨੇ ਸਿੱਖਾਂ ਨੂੰ ਜਿਹੜਾ ਇੱਥੇ ਆਪਣੀ ਇੱਕ ਖਿੱਤੇ ਦੇ ਵਿੱਚ ਰਹਿ ਕੇ, ਆਪਣੇ ਪੰਜਾਬ ਦੇ ਵਿੱਚ ਆਪਣੀ ਖੇਤਰੀ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ, ਉਹਨਾਂ ਦੇ ਵਿੱਚ ਮੌਲਣ ਵਿਕਸਣ ਦਾ ਜਿਹੜਾ ਉਹ ਮਾਹੌਲ ਨਹੀਂ ਦਿੱਤਾ ਜਿਸ ਦੇ ਉਹ ਪਹਿਲਾਂ ਵਾਅਦੇ ਕੀਤੇ ਗਏ ਸਨ। ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਆਪਣੀਆਂ ਰਾਜਨੀਤਿਕ, ਭੂਗੋਲਿਕ, ਧਾਰਮਿਕ, ਆਰਥਿਕ ਮੁੱਦਿਆਂ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਵੱਖਵਾਦੀ, ਅਲੱਗਵਾਦੀ ਕਹਿ ਕੇ ਭੰਡਿਆ ਗਿਆ ਜਾਂ ਉਹਨਾਂ ਨੂੰ ਦੁਰਕਾਰਿਆ ਗਿਆ। ਇਸ ਤਰੀਕੇ ਦੇ ਨਾਲ ਅੱਗੇ ਪ੍ਰਤੀਕਰਮ ਦਰ ਪ੍ਰਤੀਕਰਮ ਸਿੱਖਾਂ ਦੇ ਵਿੱਚ ਜਿਹੜੀ ਵੱਖਵਾਦ ਦੀ ਭਾਵਨਾ ਜਿਹੜੀ ਆ ਉਹ ਬਹੁਤ ਜਿਹੜੀ ਪ੍ਰਬਲ ਹੁੰਦੀ ਗਈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇਹਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਇਸ ਨੂੰ ਸਿੱਟਾ ਮੁਖੀ ਤਰੀਕੇ ਦੇ ਨਾਲ ਪੰਜਾਬ ਦੀਆਂ ਸਮੱਸਿਆਵਾਂ ਨਾਲ ਨਜਿੱਠਦੇ, ਕਿਉਂਕਿ ਅਸੀਂ ਪੰਜਾਬ ਜਿਹੜਾ ਉਹ ਦੇਸ਼ ਦੀ ਸਰਹੱਦ ਤੇ ਬੈਠਾ ਆ। ਪੰਜਾਬ ਦੀਆਂ ਸਮੱਸਿਆਵਾਂ ਦੇ ਮੁੱਦੇ ਤੇ ਆਪਾਂ ਸਮੇਂ ਦੇ ਲਿਹਾਜ਼ ਨਾਲ ਬਾਅਦ 'ਚ ਵੀ ਆਵਾਂਗੇ, ਪਰ ਜਿਸ ਮੁੱਦੇ ਦੀ, ਜਿਸ ਅਲੱਗਵਾਦ ਦੀ ਜਾਂ ਵਿਤਕਰੇ ਦੀ ਗੱਲ ਕਰਦੇ ਹਾਂ, ਜਦੋਂ ਇਹੋ ਜਿਹਾ ਕੁਝ ਇਸ ਨੂੰ ਬਹੁਤ ਵੱਡਾ ਕੁਝ ਬਾਕੀ ਰਾਜਾਂ 'ਚ ਵਾਪਰਦਾ, ਕਦੇ ਗੁਜਰਾਤ 'ਚ ਵਾਪਰੇ ਜਾਂ ਬੰਗਾਲ 'ਚ ਵਾਪਰੇ, ਜਾਂ ਪਿਛਲੇ ਦਿਨਾਂ 'ਚ ਉੱਥੇ ਵੀ ਧਾਰਮਿਕ ਸਮਾਗਮਾਂ ਦੇ ਦੌਰਾਨ ਬਹੁਤ ਕੁਝ ਵਾਪਰਿਆ, ਮੌਤਾਂ ਵੀ ਹੋਈਆਂ, ਪਰ ਉੱਥੇ ਕਦੇ ਇਸ ਤਰ੍ਹਾਂ ਦੀ ਸਿਰਜਣਾ ਨਹੀਂ ਹੋਈ ਕਿ ਵੀ ਬੰਗਾਲ ਦੇਸ਼ ਨਾਲੋਂ ਟੁੱਟਣਾ ਚਾਹੁੰਦਾ ਹੈ, ਗੁਜਰਾਤ ਦੇਸ਼ ਨਾਲੋਂ ਟੁੱਟਣਾ ਚਾਹੁੰਦਾ ਹੈ, ਪੰਜਾਬ ਵੀ ਉਸੇ ਦੇਸ਼ ਦਾ ਹਿੱਸਾ ਹੈ। ਜੇ ਇੱਥੇ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇੱਥੇ ਨਾਲ ਦੀ ਨਾਲ ਇਹ ਕਿਉਂ ਸਾਡੇ ਆਪਣੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਉਹੀ ਇਹ ਬਿਆਨ ਦਿੰਦੇ ਕਿ ਅਸੀਂ ਜੀ ਅਫਗਾਨਿਸਤਾਨ ਨਹੀਂ ਬਣ ਦਿਆਂਗੇ। ਤੁਹਾਨੂੰ ਲੱਗਦਾ ਹੈ, ਤੁਸੀਂ ਲੰਬੇ ਸਮੇਂ ਤੋਂ ਜਰਨਲਿਸਟ ਇਸ ਮਾਮਲੇ ਨੂੰ ਕਵਰ ਕਰਦੇ ਆ ਰਹੇ ਹੋ ਪੰਜਾਬ ਨੂੰ, ਕੋਈ ਪੰਜਾਬ ਨੂੰ ਅਫਗਾਨਿਸਤਾਨ ਨਾਲ ਜੋੜ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੁਲਨਾ ਕਰਨੀ ਕਿੰਨੀ ਕੁ ਵਾਜਬ ਹੈ? ਮੇਰੇ ਖਿਆਲ ਮਮਤਾ ਬੈਨਰਜੀ ਤਾਂ ਨਹੀਂ ਇਹ ਗੱਲ ਕਰੇਗੀ, ਗੁਜਰਾਤ ਦਾ ਮੁੱਖ ਮੰਤਰੀ ਤਾਂ ਇਹ ਗੱਲ ਨਹੀਂ ਕਰੇਗਾ। ਫਿਰ ਪੰਜਾਬ ਦੇ ਸਾਡੇ ਆਪਣੇ ਹੀ ਆਗੂ ਸ਼ਾਇਦ ਇਸ ਤਰ੍ਹਾਂ ਦੀਆਂ ਭਾਵਨਾਵਾਂ ਸਿਰਜਣ 'ਚ ਉਹਨਾਂ ਦੀ ਵੀ ਕਿਤੇ ਭੂਮਿਕਾ ਹੈ ਜੋ ਉੱਪਰਲਿਆਂ ਨੂੰ ਖੁਸ਼ ਕਰਦੇ ਆ। ਉਹ ਦੇਖੋ ਸਿੱਧੂ ਸਾਹਿਬ, ਇਹ ਅੱਜ ਦਾ ਯੁੱਗ ਜਿਹੜਾ ਹੈ ਨਾ, ਅੱਜ ਦਾ ਯੁੱਗ ਨਰੇਟਿਵ ਦਾ ਯੁੱਗ ਆ। ਤੁਸੀਂ ਨਰੇਟਿਵ ਦੇ ਨਾਲ ਨਰੇਟਿਵ ਦੀ ਲੜਾਈ ਲੜਦੇ ਹੋ। ਸਟੇਟ ਆਪਣਾ ਨਰੇਟਿਵ ਸਿਰਜਦੀ ਆ ਤਾਂ ਸਟੇਟ ਦੇ ਜਿਹੜੇ ਖਿਲਾਫ ਲੜ ਰਹੀ ਧਿਰ ਹੁੰਦੀ ਆ ਉਹ ਆਪਣਾ ਨਰੇਟਿਵ ਸਿਰਜਦੀ ਆ। ਸੋ ਇਹ ਜਿਹੜੀਆਂ ਤੁਸੀਂ ਗੱਲ ਕੀਤੀ ਆ ਕਿ ਦੂਜੀਆਂ ਸਟੇਟਾਂ 'ਚ ਕੀ ਕੁਝ ਹੁੰਦਾ, ਪਰ ਉਹਨੂੰ ਵੱਖਵਾਦ ਦੀ ਭਾਵਨਾ ਦੇ ਨਾਲ ਨਹੀਂ ਵੇਖਿਆ ਜਾਂਦਾ, ਪੰਜਾਬ ਨੂੰ ਵੇਖਿਆ ਜਾਂਦਾ। ਇਹਦੇ ਵਿੱਚ ਸਾਡੇ ਆਪਣਿਆਂ ਦਾ ਵੀ ਕੁਝ ਦੋਸ਼ ਆ, ਜਿਵੇਂ ਆਪਾਂ ਤੁਸੀਂ ਆਪ ਹੀ ਗੱਲ ਕਰਤੀ ਆ ਕਿ ਸਾਡੇ ਹੀ ਆਗੂ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਨਿੱਕੀ ਜੀ ਗੱਲ ਹੁੰਦੀ ਆ ਤਾਂ ਉਹ ਪਾਕਿਸਤਾਨ ਦੇ ਨਾਲ ਜੋੜ ਦਿੰਦੇ ਆ। ਪੰਜਾਬ ਦੇ ਵਿੱਚ ਕੋਈ ਬਿੱਲੀ ਵੀ ਦੁੱਧ ਦਾ ਜਿਹੜਾ ਛੰਨਾ ਥੱਲੇ ਸੁੱਟ ਜੇ ਤੇ ਕਹਿੰਦੇ ਆ ਜੀ ISI ਦਾ ਹੱਥ ਆ। ਸੋ ਇਹ ਲੀਡਰਾਂ ਨੂੰ ਵੀ ਕੁਝ ਸਮਝਣਾ ਚਾਹੀਦਾ ਆਪਣੇ ਪੰਜਾਬ ਦੇ ਲਈ, ਆਪਣੇ ਖਿੱਤੇ ਦੇ ਲਈ, ਆਪਣੇ ਲੋਕਾਂ ਦੇ ਲਈ। ਵਿੱਚੋਂ ਟੋਕ ਰਹੇ ਹਾਂ, ਦੇਖੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਇੰਨੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਆਇਆ, ਤੁਹਾਨੂੰ ਜਰਨਲਿਸਟ ਦੇ ਤੌਰ ਤੇ ਯਾਦ ਹੋਵੇਗਾ ਇੱਕ ਬਿਆਨ ਇਹੋ ਜਿਹਾ ਵੀ ਆਇਆ ਸੀ ਕਿ ਸ਼ਾਇਦ ਇਹਦੇ ਪਿੱਛੇ ਪਾਕਿਸਤਾਨ ਦੀ ਕਿਸੇ ਵੱਡੀ ਏਜੰਸੀ ਦਾ ਹੱਥ ਹੈ ਜੋ ਬੇਅਦਬੀ ਹੋਈ ਹੈ। ਜਾਨੀ ਸਾਡੇ ਆਪਣੇ ਆਗੂ ਵੀ ਇਹੋ ਜਿਹੇ ਬਿਆਨ ਦਿੰਦੇ ਜੀ। ਬਿਲਕੁਲ, ਇਹ ਸਿਆਸਤਦਾਨਾਂ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ। ਉਹ ਲੋਕਾਂ ਦੇ ਲੀਡਰ ਨੇ, ਨਾ ਕਿ ਸੈਂਟਰ ਦੇ, ਸਟੇਟ ਦੇ।
ਉਹ ਲੋਕਾਂ ਦੇ ਲੀਡਰ ਨੇ, ਪੰਜਾਬ ਦੇ ਲੀਡਰ ਨੇ ਆਪਣੇ ਖੇਤਰ ਦੀ ਗੱਲ ਜਿਹੜੀ ਉਹਨਾਂ ਨੇ ਸਟੇਟ ਤੱਕ ਪਹੁੰਚਾਉਣੀ, ਸੈਂਟਰ ਤੱਕ ਪਹੁੰਚਾਉਣੀ। ਇਸ ਕਰਕੇ ਜੇਕਰ ਸਟੇਟ ਦੇ ਲੀਡਰ, ਸਾਡੇ ਪੰਜਾਬ ਦੇ ਲੀਡਰ ਜੇ ਇਮਾਨਦਾਰ ਹੁੰਦੇ ਤੇ ਸ਼ਾਇਦ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਅੱਜ ਨਾ ਬਣਦੇ। ਸਾਰੇ ਰਾਜਨੀਤਿਕ ਮੁੱਦੇ, ਸਾਰੇ ਭੂਗੋਲਿਕ ਆਰਥਿਕ ਮੁੱਦੇ, 1.5 ਲੱਖ ਤੋਂ ਵੱਧ ਇੰਡਸਟਰੀ ਖਾੜਕੂਵਾਦ ਤੋਂ ਬਾਅਦ ਹਿਜਰਤ ਕਰਕੇ ਦੂਜੀਆਂ ਸਟੇਟਾਂ 'ਚ ਚਲ ਗਈ ਆ। ਪੰਜਾਬ 'ਚ ਕਿਉਂ ਨਹੀਂ ਇੰਡਸਟਰੀ ਮੁੜ ਕੇ ਦੁਬਾਰਾ ਜਿਹੜੀ ਆ ਉਹ ਪ੍ਰਫੁੱਲਤ ਹੋ ਰਹੀ ਜਾਂ ਸਥਾਪਿਤ ਹੋ ਰਹੀ? ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਵਾਹੋ ਦਾ ਹੀ ਭੱਜ ਰਹੇ ਆ। ਕੋਈ ਪੰਜਾਬ ਦੇ ਵਿੱਚ ਠੁੰਮਣਾ ਦੇਣ ਵਾਲਾ ਆਗੂ ਹੀ ਨਹੀਂ ਨਜ਼ਰ ਆ ਰਿਹਾ। ਜੇ ਇਕੱਲਾ ਦੁਕੱਲਾ ਆਗੂ ਕੋਈ ਪੰਜਾਬ ਦੀ ਗੱਲ, ਆਪਣੇ ਖੇਤਰ ਦੇ ਪੰਜਾਬੀਅਤ ਦੀ ਗੱਲ ਕਰਦਾ ਤਾਂ ਉਸ ਦੀ ਕਿਤੇ ਸੁਣੀ ਨਹੀਂ ਜਾਂਦੀ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਇਹਨਾਂ ਦਾ ਸਮਾਂ ਦਿੱਤਾ। ਇਹ ਸਨ ਪੰਜਾਬ ਦੇ ਸੀਨੀਅਰ ਜਰਨਲਿਸਟ ਤਲਵਿੰਦਰ ਬੁੱਟਰ, ਜਿਨ੍ਹਾਂ ਨੇ ਮੀਡੀਆ ਤੇ ਸਰਕਾਰਾਂ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਕੀਤੀਆਂ ਟਿੱਪਣੀਆਂ। ਆਪਾਂ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦੇ ਧੰਨਵਾਦੀ ਹਾਂ। ਇੰਝ ਹੀ ਅਗਲੇ ਹਫ਼ਤੇ ਆਪਾਂ ਹੋਰ ਕਿਸੇ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।